Hello everyone, how are you? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਠੀਕ ਚੱਲ ਰਹੀ ਹੈ। ਤੇ ਬੱਚੋ ਆਪਾਂ ਕਰ ਰਹੇ ਸੀ 4th ਕਲਾਸ ਦੀ ਬੁੱਕ ਰੇਨਬੋ ਤੇ ਉਹਦਾ 8th ਲੈਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਹੈ। ਸਿੱਖਾਂ ਦੀ ਪਹਿਲੀ ਪਾਤਸ਼ਾਹੀ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ। ਆਓ ਪੜ੍ਹਦੇ ਹਾਂ। Objective, ਉਦੇਸ਼, to enable the students to learn and write the description of people. ਵਿਦਿਆਰਥੀਆਂ ਨੂੰ ਲੋਕਾਂ ਦਾ ਵਰਣਨ ਸਿੱਖਣ ਤੇ ਲਿਖਣ ਬਾਰੇ ਗਿਆਨ ਦੇਣਾ and respond to textual questions ਅਤੇ ਪਾਠ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਦੇ ਯੋਗ ਵੀ ਬਣਾਉਣਾ। ਪ੍ਰੀ ਰੀਡਿੰਗ, ਪਹਿਲਾ ਪੜਨ ਤੋਂ ਸਾਨੂੰ ਕੀ ਪੁੱਛਿਆ ਗਿਆ ਹੈ? ਨੇਮ ਦ ਸਿੱਖ ਗੁਰੂਸ, ਸਿੱਖ ਗੁਰੂਆਂ ਦੇ ਨਾਮ ਦੱਸੋ। ਮੈਂ ਇੱਥੇ ਗੁਰੂਆਂ ਦੇ ਨਾਮ ਲਿਖ ਦਿੰਦੀ ਹਾਂ। ਸਭ ਤੋਂ ਪਹਿਲੇ ਨੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਬਾਰੇ ਆਪਾਂ ਪੜਾਂਗੇ। ਦੂਜੇ ਨੇ ਗੁਰੂ ਅੰਗਦ ਦੇਵ ਜੀ। ਤੀਜੇ ਨੇ ਗੁਰੂ ਅਮਰਦਾਸ ਜੀ। ਚੌਥੇ ਨੇ ਗੁਰੂ ਰਾਮਦਾਸ ਜੀ। ਪੰਜਵੇਂ ਨੇ ਗੁਰੂ ਅਰਜਨ ਦੇਵ ਜੀ। ਛਠੇ ਨੇ ਗੁਰੂ ਹਰਗੋਬਿੰਦ ਜੀ। ਸਤਵੇਂ ਨੇ ਗੁਰੂ ਹਰ ਰਾਏ ਜੀ। ਅੱਠਵੇਂ ਨੇ ਗੁਰੂ ਹਰਕ੍ਰਿਸ਼ਨ ਜੀ। ਨੌਵੇਂ ਗੁਰੂ ਤੇਗ ਬਹਾਦਰ ਜੀ ਤੇ 10ਵੇਂ ਨੇ ਗੁਰੂ ਗੋਬਿੰਦ ਸਿੰਘ ਜੀ। ਠੀਕ ਹੈ ਬੱਚਿਓ। ਅਗਲਾ ਹੈ who is the first guru of Sikhs? ਸਿੱਖਾਂ ਦੇ ਪਹਿਲੇ ਗੁਰੂ ਕੌਣ ਨੇ? ਉਹ ਹੈਗੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ। Have you ever heard about ਸ਼੍ਰੀ ਗੁਰੂ ਨਾਨਕ ਦੇਵ ਜੀ? ਕਿ ਤੁਸੀਂ ਕਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸੁਣਿਆ? ਮੈਂ ਤਾਂ ਸੁਣਿਆ, ਹਾਂਜੀ। ਨਿਊ ਵਰਡਸ, ਨਵੇਂ ਸ਼ਬਦ। bought, ਖਰੀਦਿਆ। earnings, ਕਮਾਈ। hungry, ਭੁੱਖਾ। ਬਿਜ਼ਨਸ, ਕਾਰੋਬਾਰ। spent, ਖਰਚ ਕੀਤਾ। recited, ਪਾਠ ਕੀਤਾ। deprived, ਵੰਚਿਤ। entire, ਸਮੁੱਚਾ ਜਾਂ ਸਾਰਾ ਦਾ ਸਾਰਾ। ਅੱਗੇ ਚੱਲਦੇ ਹਾਂ। ਗੁਰੂ ਨਾਨਕ ਦੇਵ ਜੀ was the first guru of Sikhs. ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। His father's name was ਮਹਿਤਾ ਕਾਲੂ ਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਮਹਿਤਾ ਕਾਲੂ ਜੀ। His mother's name was ਤ੍ਰਿਪਤਾ ਦੇਵੀ ਤੇ ਉਹਨਾਂ ਦੀ ਮਾਂ ਦਾ ਨਾਮ ਸੀ ਤ੍ਰਿਪਤਾ ਦੇਵੀ ਜੀ। His elder sister was ਬੀਬੀ ਨਾਨਕੀ ਤੇ ਉਹਨਾਂ ਦੀ ਵੱਡੀ ਭੈਣ ਦਾ ਨਾਮ ਸੀ ਬੀਬੀ ਨਾਨਕੀ। ਐਲਡਰ ਦਾ ਮਤਲਬ 올ਡਰ, ਯਾਨੀ ਕਿ ਵੱਡੀ ਉਮਰ ਵਿੱਚ। ਗੁਰੂ ਨਾਨਕ ਦੇਵ ਜੀ was always ready to help the needy. ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਸਨ। Once his father gave him 20 rupees to start a business. ਇੱਕ ਵਾਰ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਇੱਕ ਕਾਰੋਬਾਰ ਸ਼ੁਰੂ ਕਰਨ ਲਈ 20 ਰੁਪਏ ਦਿੱਤੇ। ਬਿਜ਼ਨਸ ਦਾ ਮਤਲਬ ਹੈ ਬੱਚਿਓ ਪ੍ਰੋਫੈਸ਼ਨ, ਪੇਸ਼ਾ, ਕੋਈ ਕੰਮ। ਗੁਰੂ ਨਾਨਕ ਦੇਵ ਜੀ saw some hungry sadhus. ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੁਝ ਭੁੱਖੇ ਸਾਧੂ ਵੇਖੇ। He bought food for the sadhus with all the money he had. ਤੇ ਉਹਨਾਂ ਨੇ ਆਪਣੇ ਸਾਰੇ ਪੈਸਿਆਂ ਨਾਲ ਸਾਧੂਆਂ ਲਈ ਭੋਜਨ ਖਰੀਦ ਲਿਆ। His father asked him about the money he had given him. ਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਤੋਂ ਪੁੱਛਿਆ ਵੀ ਪੈਸੇ ਬਾਰੇ, ਕੀ ਕੀਤਾ ਪੈਸੇ ਦਾ? Nanak said that he has done true duty and told him that he had fed the hungry sadhus.
ਨਾਨਕ ਦੇਵ ਜੀ ਨੇ ਕਿਹਾ ਕਿ ਉਹਨਾਂ ਨੇ ਸੱਚੀ ਆਪਣੀ ਡਿਊਟੀ ਕੀਤੀ ਹੈ, ਆਪਣਾ ਕੰਮ ਪੂਰਾ ਕੀਤਾ ਹੈ, ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਕਰਾਇਆ। ਹੰਗਰੀ ਦਾ ਮਤਲਬ starving, ਭੁੱਖਾ ਰਹਿਣਾ। After that, he was sent to a modi khana to work। ਤੇ ਉਸ ਤੋਂ ਬਾਅਦ ਉਹਨਾਂ ਨੂੰ ਕੰਮ ਕਰਨ ਲਈ ਮੋਦੀ ਖਾਨਾ ਭੇਜਿਆ ਗਿਆ। He spent his entire earnings on the poor and the deprived। ਤੇ ਉਹਨਾਂ ਨੇ ਆਪਣੀ ਸਾਰੀ ਕਮਾਈ ਗਰੀਬਾਂ ਤੇ ਖਰਚਤੀ, ਤੇ ਜਿਹੜੇ ਵੀ ਕੁਝ ਆਪਣੇ ਲਈ ਨਹੀਂ ਖਰੀਦ ਸਕਦੇ ਸੀ, ਡਿਪਰਾਈਵਡ ਸੀ, ਉਹਨਾਂ ਉੱਤੇ ਵੀ ਸਾਰੇ ਦੇ ਸਾਰੀ ਕਮਾਈ ਖਰਚਤੀ। He never kept anything for himself। ਉਹਨਾਂ ਨੇ ਕਦੇ ਵੀ ਆਪਣੇ ਲਈ ਕੁਝ ਨਹੀਂ ਰੱਖਿਆ। He preached that God is present everywhere। ਉਹਨਾਂ ਨੇ ਪ੍ਰਚਾਰ ਕੀਤਾ ਕਿ ਰੱਬ ਹਰ ਜਗ੍ਹਾ ਮੌਜੂਦ ਹੈ। Preach ਦਾ ਮਤਲਬ taught, ਸਿਖਾਇਆ। His main 3 teachings were ਨਾਮ ਜਪੋ, ਕੀਰਤ ਕਰੋ, ਵੰਡ ਛਕੋ। ਤੇ ਉਹਨਾਂ ਦੀਆਂ 3 ਮੁੱਖ ਸਿੱਖਿਆਵਾਂ ਸਨ, ਨਾਮ ਜਪੋ, ਕੀਰਤ ਕਰੋ, ਕੰਮ ਕਰੋ ਤੇ ਵੰਡ ਕੇ ਛਕੋ। ਗੁਰੂ ਨਾਨਕ ਦੇਵ ਜੀ led a life of purity and charity। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਆਪਣੀ ਪੂਰੀ ਜ਼ਿੰਦਗੀ ਹੈ ਉਹ ਸ਼ੁੱਧਤਾ ਅਤੇ ਦਾਨ ਦੇ ਜੀਵਨ ਦੀ ਅਗਵਾਈ ਕਰਦੇ ਹੋਏ ਬਿਤਾਈ। ਚੈਰਿਟੀ ਦਾ ਮਤਲਬ ਹੁੰਦਾ ਹੈ ਟੂ ਪ੍ਰੋਵਾਈਡ ਹੈਲਪ ਟੂ ਦ ਨੀਡੀ, ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨੀ। In order to spread his message of brotherhood, he took 4 long journeys, ਉਦਾਸੀਆਂ, in all the 4 directions। ਤੇ ਆਪਣਾ ਜਿਹੜਾ ਭਾਈਚਾਰਾ ਹੈ ਉਹਦਾ ਸੰਦੇਸ਼ ਫੈਲਾਉਣ ਲਈ ਉਹਨਾਂ ਨੇ ਚਾਰੇ ਦਿਸ਼ਾਵਾਂ ਵਿੱਚ ਲੰਬੀ ਯਾਤਰਾ ਕੀਤੀ। ਉਦਾਸੀਆਂ ਕਹਿੰਦੇ ਨੇ। ਕਿਹੜੀਆਂ 4 ਯਾਤਰਾਵਾਂ? ਕਿਹੜੇ 4 ਪਾਸੇ? ਨਾਰਥ, ਸਾਊਥ, ਵੈਸਟ ਤੇ ਈਸਟ। ਇਹ 4 ਡਾਇਰੈਕਸ਼ਨਸ ਨੇ। ਗੁਰੂ ਨਾਨਕ ਦੇਵ ਜੀ ਕੰਪੋਜ਼ਡ ਜਪਜੀ ਸਾਹਿਬ which is recited as morning prayer। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਰਚਨਾ ਵੀ ਕੀਤੀ, ਜਿਸ ਨੂੰ ਸਵੇਰ ਦੀ ਪ੍ਰਾਰਥਨਾ ਵਜੋਂ ਪੜਿਆ ਜਾਂਦਾ ਹੈ। ਪਤਾ ਲੱਗਿਆ ਬੱਚਿਓ ਤੁਹਾਨੂੰ ਗੁਰੂ ਨਾਨਕ ਦੇਵ ਜੀ ਬਾਰੇ? ਚਲੋ ਅੱਗੇ ਚੱਲਦੇ ਹਾਂ। ਐਕਸਰਸਾਈਜ਼, ਲੈਟਸ ਆਨਸਰ। आओ उत्तर दइए। पहला, आंसर द फॉलोइंग क्वेश्चंस। हेठ दिते प्रश्नां दे उत्तर दिओ। पहला प्रश्न है, हु वाज द फर्स्ट गुरु ऑफ सिक्स? सिखां दे पहले गुरु कौन सन? गुरु नानक देव जी वाज द फर्स्ट गुरु ऑफ सिक्स। गुरु नानक देव जी was the first guru of six, full stop। How much money did Guru Nanak Dev Ji's father give him? Guru Nanak Dev Ji de पिता जी ने उन्हां नूं किन्ने पैसे दिते? Once his father gave him 20 rupees to start a business। Guru Nanak Dev Ji's father gave him 20 rupees। Again, how did he spend 20 rupees? ਉਹਨਾਂ ਨੇ 20 ਰੁਪਏ ਕਿਵੇਂ ਖਰਚ ਦਿੱਤੇ? He bought food for the sadhus with all the money he had। ਸਾਰੇ ਪੈਸਿਆਂ ਨਾਲ ਸਾਧੂਆਂ ਲਈ ਖਾਣਾ ਲੈ ਆਏ। He bought food for hungry sadhus with 20 rupees। 20 ਰੁਪਿਆਂ ਨਾਲ ਭੁੱਖੇ ਸਾਧੂਆਂ ਲਈ ਖਾਣਾ ਲੈ ਲਿਆ। Write 3 main teachings of Shri Guru Nanak Dev Ji। Shri Guru Nanak Dev Ji ਦੀ 3 ਮੁੱਖ ਸਿੱਖਿਆਵਾਂ ਲਿਖੋ। His main 3 teachings were
नाम जपो, कीरत करो ते वंड छको। गुरु नानक देव जी's 3 main teachings were नाम जपो, कीरत करो या किरत करो ते वंड छको। वंड के छको। ठीक है बच्चों, चलो आगे चलते हैं। ऑब्जेक्टिव टाइप क्वेश्चंस। पहला है, गुरु नानक देव जी वॉज डैश गुरु ऑफ द सिक्स। गुरु नानक देव जी सिखां दे केड़े गुरु सी? फर्स्ट पहले, सेकंड दूजे, थर्ड तीजे। फर्स्ट गुरु इत्थे लिख दांगे फर्स्ट। गुरु नानक देव जी's father gave him dash to start a business। गुरु नानक देव जी दे पिता ने उन्हां नूं की दिता एक कारोबार शुरू करन लई? 10 रुपीस, 20 रुपीस या 30 रुपीस? उन्हां ने दिते 20 रुपीस। ए रुपी दा निशान है। गुरु नानक देव जी saw some dash साधुस। गुरु नानक देव जी ने कुछ केड़े साधु देखे? पुअर गरीब, ओल्ड बुजुर्ग या हंग्री? उन्होंने देखे भूखे साधु, हंग्री। आगे, गुरु नानक देव जी spent his entire earnings on। गुरु नानक देव जी अपनी सारी कमाई किस ते खर्च कर दिंदे सी? रिच अमीर लोकां ते, पुअर गरीब ते या वेल्दी ए भी अमीर ही हुंदा है, वो खर्च दिंदे सी पुअर ते। गुरु नानक देव जी spent his entire earnings on। गुरु नानक देव जी अपनी सारी कमाई किस उत्ते खर्च दिंदे सी? एवरीवेयर हर जगह, समवेयर किते किते, नोवेयर किते भी नहीं। ਉਹ ਜੋ ਵੀ ਲੋੜਵੰਦ ਆਂਦੇ ਸੀ ਉਹਨਾਂ ਸਾਹਮਣੇ ਉਹਨਾਂ ਦੀ ਮਦਦ ਕਰ ਦਿੰਦੇ ਸੀ ਐਵਰੀਵੇਅਰ। ਠੀਕ ਹੈ ਬੱਚੋ। ਅੱਗੇ ਹੈ ਮੇਕ ਸੈਂਟੈਂਸਸ। ਅਸੀਂ ਵਾਕ ਬਣਾਣੇ ਨੇ ਤਾਂ ਅਸੀਂ ਵਾਕ ਬਣਾਣਾ ਹੈ ਹੰਗਰੀ। ਹੰਗਰੀ ਦਾ ਮਤਲਬ ਭੁੱਖਾ। I am feeling hungry यानी कि मैनू भुख लग रही है या मैं भुखा हाँ। अगला है मनी, पैसा। इत्थे लिखांगे My dad gave me pocket money यानी कि जेब खर्च देता मेरे पिताजी ने मैनू। अगला है ड्यूटी, जो सानू अपनी जिम्मेदारी करनी चाहिए है। ठीक है बच्चों। It is our duty to respect our elders। ਇਹ ਸਾਡੀ ਡਿਊਟੀ ਹੈ, ਜ਼ਿੰਮੇਵਾਰੀ ਹੈ ਵੀ ਅਸੀਂ ਆਪਣੇ ਤੋਂ ਵੱਡੇ ਜਿਹੜੇ ਹੈਗੇ ਨੇ ਉਹਨਾਂ ਦਾ ਆਦਰ ਕਰੀਏ, ਉਹਨਾਂ ਦੀ ਇੱਜ਼ਤ ਕਰੀਏ। ਅਗਲਾ ਹੈ ਮੈਸੇਜ। ਮੰਨ ਲਓ ਤੁਹਾਨੂੰ ਕਿਸੇ ਦਾ ਮੈਸੇਜ ਮਿਲਿਆ ਤਾਂ ਤੁਸੀਂ ਉਹਨੂੰ ਕਹਿ ਰਹੇ ਹੋ ਥੈਂਕ ਯੂ ਫॉर योर मैसेज। किसी ने ਤੁਹਾਨੂੰ जन्म दिन ਤੇ ਵਿਸ਼ ਕੀਤਾ ਤਾਂ ਤੁਸੀਂ ਲਿਖ ਦੋਗੇ ਥੈਂਕ ਯੂ ਫॉर योर मैसेज। ਅੱਗੇ ਹੈ ਪ੍ਰੇਅਰ, ਜਿਹਨੂੰ ਆਪਾਂ ਕਹਿੰਦੇ ਆ ਅਰਦਾਸ ਕਰਨਾ, ਉਹ ਵੀ ਪ੍ਰੇਅਰ ਹੁੰਦਾ। ਤਾਂ ਪ੍ਰੇਅਰ ਤੇ ਆਪਾਂ ਲਿਖ ਸਕਦੇ ਆ he closed his eyes and said a prayer of thanks। ਉਹਨੇ ਅੱਖਾਂ ਬੰਦ ਕੀਤੀਆਂ ਤੇ ਰੱਬ ਦਾ ਸ਼ੁਕਰਾਨਾ ਕੀਤਾ। ਅੱਗੇ ਹੈ ਵੋਕੇਬਲਰੀ यानी कि शब्दावली। ਨਵੇਂ ਨਵੇਂ ਸ਼ਬਦ ਸਿੱਖਾਂਗੇ। ਕੁਐਸਚਨ ਵਰਡਸ, ਉਹ ਸ਼ਬਦ ਜਿਨ੍ਹਾਂ ਤੋਂ ਅਸੀਂ ਸਵਾਲ ਪੁੱਛ ਸਕਦੇ ਹਾਂ। which ਕਿਹੜਾ, what ਕੀ, why ਕਿਉਂ, how ਕਿਵੇਂ, when ਕਦੋਂ, whose ਕਿਸਦਾ, where ਕਿੱਥੇ, who ਕੌਣ। ਇੱਥੇ ਦਿੱਤਾ ਹੋਇਆ complete these questions by using a suitable question word। ਇੱਥੇ ਆਪਾਂ
ए प्रश्न वाले शब्द चुन के लिखने ने ते फिर साडा एक प्रश्न तैयार हो जाएगा। आओ देखिए केड़े केड़े शब्द ने। हु कौन, व्हाट की, वेयर किथे, व्हेन कदों, हाउ किवें, व्हाई क्यों। इथे डैश आर यू क्राइंग, आपा पूछांगे व्हाई आर यू क्राइंग, क्यों रो रहे हो। डैश इज योर हेल्थ, हाउ इज योर हेल्थ, थोड़ी सेहत किवें है। डैश आर यू डूइंग, व्हाट आर यू डूइंग, तुसी की कर रहे हो। डैश इज योर टीचर, वेयर इज योर टीचर, थोड़े अध्यापक किथे ने। डैश इज द कलर ऑफ योर यूनिफॉर्म, थोड़ी वर्दी दा केड़ा रंग है। इथे भी व्हाट आएगा, थोड़ी वर्दी दा केड़ा रंग है। डैश इज योर बर्थडे, व्हेन इज योर बर्थडे। ठीक है बच्चों, थोड़ा जन्मदिन कद है। जे हु दी वरतों करनी है आप इथे भी कर सकते हैं। हु इज योर टीचर, एक प्रश्न बन जाएगा थोड़े अध्यापक कौन ने, ते दूजा हो जाएगा वेयर इज योर टीचर, थोड़े अध्यापक किथे ने। ठीक है, अगे चलते हैं। एड अ लेटर टू मेक अ न्यू वर्ड, इथे एक नवा शब्द बनाना है एक अक्षर जोड़ के, जिवें ओल्ड पुराना, ओदे अगे बी जोड़ता बोल्ड बन गया, यानी कि हिम्मत वाला। ईयर कान, हेयर सुनना, हिज दा आपां बना सकते हैं दिस। ਇਹ इल दा आपां बना सकते हैं बीमार, इल हुंदा है हिल, या फिर टिल, तद तक, या फिर मिल जिदे विच आटा बनता है। लो नीवा, एदा बन सकता है स्लो धीमे हौली। नेल नो, एदा बन सकता है स्नेल, एक कीड़ा हुंदा है। रॉक पत्थर, फ्रॉक जो कुड़ियां पांदियां ने। लॉक ताला, क्लॉक कड़ी। हेयर बाल, एदा बन जाएगा चेयर कुर्सी। हैट जो आपां सिर ते पांदे आ दैट ओहो। रिमूव अ लेटर टू मेक अ न्यू वर्ड, हुण इथों आपां एक अखर हटाना है ताकि एक नवा वर्ड बन जाए। ब्रूम झाड़ू, इथों बी हटाता, की रह गया रूम कमरा। हार्म नुकसान, एच हटा दो आम। बां ओपन खुला, ओ हटा दो पेन जिहदे नाल आपां लिखदे हां। शट बंद करना, एस हटा दो हट चौपड़ी। ट्रेन रेलगड्डी, टी हटा दो रेन बारिश। स्टेबल का मतलब मजबूत, एस हटा दो टेबल रह गया। है ना सौखा। अगे चलते हैं। लैंग्वेज कॉर्नर, भाषा का कोना। पंचुएशन मार्क, इनू आपां कहंदे आ विराम चिन्ह। ठीक है बच्चों, पंचुएशन मार्क मतलब विराम चिन्ह। कैपिटल लेटर वड्डे अखर। Capital letter is used at the start of a sentence and in proper noun. जद भी आपां कोई वाक शुरू करते हैं तो हमेशा जिहड़ा पहला अखर हुंदा है ओह कैपिटल हुंदा। देखो C F Q C, पहला हर अखर कैपिटल हुंदा है, वड्डा लिखीदा है। किते भी देख लो, समझ आ गया बच्चों, नूं आपां कहंदे आ कैपिटल लेटर। पर जद किसी प्रॉपर नाउन की गल हुंदी है, प्रॉपर नाउन का मतलब हुंदा है कि किसी का नाम वो भी आपां वड्डा अखर शुरू करके लिखीदा है। जिवें मान लो अमन लिखना है तां ए जिहड़ा हैगा वो वड्डा अखर आएगा। समझ के बच्चों। फुल स्टॉप यानी गल खत्म होगी तो फुल स्टॉप ला दो। इज पुट एट द एंड ऑफ अ स्टेटमेंट, जब साडा वाक खत्म हो जाता है तां या बयान खत्म हो जाता है उस तो बाद आपां फुल स्टॉप ला दीदा। देखो लग्या होया फुल स्टॉप, ये निशान है। क्वेश्चन मार्क प्रश्न चिन्ह, सवाल चिन्ह। इज पुट एट द एंड ऑफ एवरी क्वेश्चन, ये प्रश्न चिन्ह हर प्रश्न दे अंत विच पाया जाता है या लगाया जाता है। कॉमा, ए इंज करके। कॉमा इज यूज्ड टू गिव पॉज, यानी कि
ਥੋੜਾ ਜਿਹਾ ਜਦ ਆਪਾਂ ਰੁਕਦੇ ਆ, ਵਿਰਾਮ ਲੈਂਦੇ ਆ, ਪੂਰਾ ਨਹੀਂ, ਥੋੜਾ ਜਿਹਾ ਰੁਕਦੇ ਆ, ਸਾਹ ਲੈਂਦੇ ਆ, before proceeding and to separate items in a list, ਥੋੜਾ ਵਿਰਾਮ ਲੈਣਾ ਤਾਂ ਕੌਮਾ ਲਾ ਦਈਦਾ ਹੈ। ਜਾਂ ਫਿਰ ਅਸੀਂ ਬਹੁਤ ਸਾਰੀ ਚੀਜ਼ਾਂ ਲਿਖਣੀਆਂ ਨੇ ਤੇ ਉਹਦੇ ਵਿੱਚ ਵੀ ਆਪਾਂ ਕੌਮਾ ਲਾ ਦਈਦਾ। ਜਿਵੇਂ ਮੈਂ ਮਾਰਕੀਟ ਗਈ ਤੇ ਮੈਂ ਚਿਪਸ ਲਏ, ਇੱਥੇ ਲਿਖ ਦਿੰਦੇ ਆ ਚਿਪਸ, ਕੋਕ ਲਿਆ, ਠੀਕ ਹੈ, ਆਟਾ ਲਿਆ ਜਾਂ ਫਲੋਰ ਲਿਆ, ਜਾਂ ਤੁਸੀਂ ਲਿਖ ਸਕਦੇ ਹੋ ਕੇਕ ਲਿਆ, ਤਾਂ ਵਿੱਚ ਮੈਂ ਕੀ ਲਾ ਰਹੀ ਹਾਂ, ਕੌਮਾ। ਠੀਕ ਹੈ ਬੱਚਿਓ, ਚਲੋ ਹੁਣ ਅੱਗੇ ਚੱਲਦੇ ਹਾਂ। ਇੱਥੇ ਕੰਮ ਦਿੱਤਾ ਹੋਇਆ ਸਾਨੂੰ ਤੇ ਅਸੀਂ ਉਹ ਕੰਮ ਕਰਾਂਗੇ। ਪੰਚੁਏਟ ਦ ਫੋਲੋਇੰਗ। ਇੱਥੇ ਤੁਸੀਂ ਇਹਨਾਂ ਵਾਕਾਂ ਵਿੱਚ ਵਿਰਾਮ ਚਿੰਨ੍ਹ ਲਾ ਕੇ ਦੱਸੋ ਵੀ ਕਿੱਥੇ ਕੈਪੀਟਲ ਲੈਟਰ ਆਏਗਾ, ਕਿੱਥੇ ਫੁੱਲ ਸਟਾਪ, ਕੁਐਸਚਨ ਮਾਰਕ, ਕੌਮਾ। पहला है ड्रिंक क्लीन वाटर, साफ पानी पियो, डी वड्डा DRINK, ड्रिंक क्लीन वाटर। इस तो बाद आ जाएगा फुल स्टॉप। हु इज ही, ये कौन है, W वड्डा HO, हु इज ही। सवाल पूछा जा रहा है, क्वेश्चन मार्क लग जाएगा। He has an apple, a banana and an orange. उसदे कोल एक सेब है, एक केला है ਅਤੇ ਇੱਕ ਸੰਤਰਾ ਹੈ। ਪਹਿਲਾਂ ਤਾਂ H ਵੱਡਾ, he has an apple, ਇੱਕ ਸੇਬ ਹੈ, ਉਸ ਤੋਂ ਬਾਅਦ ਕੌਮਾ ਲਾ ਦਾਂਗੇ। a banana, ਹੁਣ ਇੱਥੇ ਕੌਮਾ ਲਾਉਣ ਦੀ ਲੋੜ ਨਹੀਂ ਕਿਉਂਕਿ and ਲਿਖਿਆ ਹੋਇਆ, and an orange, ਅਖੀਰ ਵਿੱਚ full stop। He is very fat, वो बहुत मोटा है, he वड्डा is very fat, full stop। What is your name, ਤੁਹਾਡਾ ਨਾਮ ਕੀ ਹੈ, W वड्डा what is your name, question mark, क्योंकि सवाल पूछा जा रहा है। Raman is going to market, ਇਹ ਕਿਸੇ ਦਾ ਨਾਮ ਹੈ ਨਾ ਬੱਚਿਓ, ਤਾਂ ਇਹ ਵੱਡਾ ਆਏਗਾ, RAMAN, Raman is going to market, full stop। She lives in Patiala, ਹਾਂ ਹੁਣ ਕਿਸੇ ਥਾਂ ਦਾ ਨਾਂ ਹੈ, P ਵੀ ਵੱਡਾ ਆਏਗਾ ਤੇ ਪਹਿਲਾ ਅੱਖਰ ਹੈ she, A ਵੀ ਵੱਡਾ ਆਏਗਾ, she S ਵੱਡਾ lives in ਪਟਿਆਲਾ, ਪਟਿਆਲਾ ਰਹਿੰਦੀ ਹੈ, P ਵੱਡਾ। How is your health, ਤੁਹਾਡੀ ਸਿਹਤ ਕਿਵੇਂ ਹੈ, H ਵੱਡਾ। How is your health, question mark, ਕਿਉਂਕਿ ਸਵਾਲ ਪੁੱਛਿਆ ਜਾ ਰਿਹਾ ਹੈ। ਮੀਨਾ ਐਂਡ ਸੋਨੀਆ ਆਰ ਫਰੈਂਡਸ, ਦੋਨਾਂ ਦੇ ਨਾਮ ਨੇ, M ਵੀ ਵੱਡਾ S ਵੀ ਵੱਡਾ। ਕਿਸੇ ਦਾ ਵੀ ਨਾਮ ਹੋਏ ਬੱਚਿਓ, ਹਮੇਸ਼ਾ ਧਿਆਨ ਦਿਓ ਉਹ ਵੱਡਾ ਹੀ ਆਏਗਾ, ਪੂਰਾ ਵੱਡਾ ਨਹੀਂ, ਸਿਰਫ ਪਹਿਲਾ ਅੱਖਰ। ਮੀਨਾ ਐਂਡ ਸੋਨੀਆ ਆਰ ਫਰੈਂਡਸ, ਫੁੱਲ ਸਟਾਪ। ਇਹ ਲਾਣਾ ਬਹੁਤ ਜ਼ਰੂਰੀ ਹੈ। ਹੀ ਇਜ਼ ਵੈਰੀ ਲੇਜ਼ੀ, ਉਹ ਬਹੁਤ ਆਲਸੀ ਹੈ, ਹੀ ਵੱਡਾ ਕਿਉਂਕਿ ਪਹਿਲਾ ਅੱਖਰ ਹੈ, ਇਜ਼ ਵੈਰੀ ਲੇਜ਼ੀ, full stop। ਹੁਣ ਇੱਥੇ ਲਿਖਿਆ ਹੈ put the punctuation mark, comma, ਹੁਣ ਆਪਾਂ punctuation mark ਲਾਵਾਂਗੇ, comma, full stop, question mark, along with small and capital letters wherever necessary in the following sentences। ਨੀਚੇ ਵਾਕ ਦਿੱਤੇ ਹੋਏ ਨੇ ਤੇ ਉਹਨਾਂ ਵਿੱਚ ਆਪਾਂ ਇਹੀ ਸਭ ਜੋ ਉੱਤੇ ਕੀਤਾ ਹੈ ਉਹੀ ਕਰਨਾ ਹੈ। ਆਓ ਦੇਖਦੇ ਹਾਂ ਕਿਹੜੇ ਕਿਹੜੇ ਵਾਕ ਨੇ। ਸਭ ਤੋਂ ਪਹਿਲਾਂ ਲਿਖਿਆ ਹੈ once upon a time a man and his wife had a goose which laid a golden egg every day। ਇੱਕ ਵਾਰ ਇੱਕ ਆਦਮੀ ਅਤੇ ਉਸਦੀ ਜਿਹੜੀ ਪਤਨੀ ਸੀ ਉਹਨਾਂ ਕੋਲ ਇੱਕ ਹੰਸ ਸੀ, ਗੂਸ ਮਤਲਬ ਹੰਸ ਸੀ, ਜੋ ਹਰ ਰੋਜ਼ ਇੱਕ ਸੋਨੇ ਦਾ ਅੰਡਾ ਦਿੰਦਾ ਸੀ। ਆ ਦੇਖੋ ਸਭ ਤੋਂ ਪਹਿਲਾਂ ਉਹ ਵੱਡਾ ਆ ਜਾਏਗਾ, ONCE, once, upon a time, ਫਿਰ ਤੁਸੀਂ ਰੁਕੋਗੇ, ਕੌਮਾ ਆਏਗਾ। A man and his wife had a goose, ਉਹਨਾਂ ਕੋਲ ਇੱਕ ਗੂਸ ਸੀ, ਇੱਕ ਹੰਸ ਸੀ, which laid a golden egg every day, full stop।
They became greedy. ਉਹ ਲਾਲਚੀ ਹੋ ਗਏ ਵੀ ਇਹ ਤਾਂ ਸੋਨੇ ਦਾ ਅੰਡਾ ਦਿੰਦੀ ਹੈ। ਗਰੀਡੀ ਤੋਂ ਬਾਅਦ ਫੁੱਲ ਸਟਾਪ ਆਏਗਾ, ਇੱਥੇ ਟੀ ਵੱਡਾ ਆਏਗਾ। Why not cut the goose? ਕਿਉਂ ਨਾ ਹੰਸ ਨੂੰ ਕੱਟ ਦਿੱਤਾ ਜਾਏ ਤੇ ਸਾਰੇ ਅੰਡੇ ਇੱਕ ਵਾਰ ਲੈ ਲਿੱਤੇ ਜਾਣ। W ਵੱਡਾ ਤੇ question mark। Why not? ਕਿਉਂ ਨਾ? They cut it to have all the golden eggs। ਤੇ ਉਹਨਾਂ ਨੇ ਸੱਚੀ ਹੰਸ ਨੂੰ ਮਾਰ ਦਿੱਤਾ, ਕੱਟ ਦਿੱਤਾ ਤਾਂ ਕਿ ਸਾਰੇ ਸੋਨੇ ਦੇ ਅੰਡੇ ਲੈ ਲਿੱਤੇ ਜਾਣ। ਟੀ ਵੱਡਾ ਤੇ ਫੁੱਲ ਸਟਾਪ। They killed the bird। ਟੀ ਵੱਡਾ। ਉਹਨਾਂ ਨੇ ਉਸ ਪੰਛੀ ਨੂੰ ਮਾਰ ਦਿੱਤਾ and could never have the golden eggs again। ਅਤੇ ਫਿਰ ਕਦੇ ਵੀ ਉਹਨਾਂ ਨੂੰ golden eggs ਕਦੇ ਵੀ ਨਹੀਂ ਮਿਲੇ। ठीक है बच्चों, फुल स्टॉप आ जाएगा। आगे है कंप्लीट विद इन, एट, ऑन। मैं थानू इत्थे दस दिंदी हां इन कित्थे वरतीदा है। इन वरतीदा है बच्चों पार्ट्स ऑफ डे, दिन दे हिस्सियां दे विच, जिवें मॉर्निंग, इन मॉर्निंग, नाइट, ठीक है, या फिर आफ्टरनून। ਇੱਥੇ ਆਪਾਂ ਇਨ ਦੀ ਵਰਤੋਂ ਕਰਦੇ ਹਾਂ। ਜਾਂ ਫਿਰ ਜਦ ਆਪਾਂ ਮਹੀਨਿਆਂ ਦੀ ਗੱਲ ਕਰਦੇ ਹਾਂ ਤਾਂ ਵੀ ਇਨ ਦੀ ਵਰਤੋਂ ਕੀਤੀ ਜਾਂਦੀ ਹੈ ਮੰਥਸ ਬਾਰੇ। ਈਅਰਸ, ਸਾਲ ਦੀ ਗੱਲ ਕਰਨੀ ਹੋਏ ਤਾਂ ਵੀ ਆਪਾਂ ਇਨ ਦੀ ਹੀ ਵਰਤੋਂ ਕਰਦੇ ਹਾਂ। ਔਨ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਜਦ ਆਪਾਂ ਛੁੱਟੀ ਦੀ ਗੱਲ ਕਰਦੇ ਹਾਂ, ਹੌਲੀਡੇਜ਼, ठीक है। या फिर आप डेज की गल करते हैं, मंडे, ट्यूसडे, वैनसडे, थर्सडे। या किते आप डेट्स की गल करते हैं, जिवें मैं कहां ऑन 4th, ठीक है, वो डेट होगी ना तो मैं ऑन की वरतों करांगी। हुण देखते हैं एट की वरतों कित्थे कीती जांदी है। एट टाइम दस्सण लई एट की वरतों कीती जांदी है, जिवें मैं कहां एट 10 PM, रात के 10 बजे, ठीक है। या फिर आप गल कर रही होइए मील टाइम की, यानी कि खाण दे समय की। जिवें मैं कहां आई विल सी यू एट लंच टाइम, मैं लंच वेले तुहानू मिलांगा या देखांगा, ठीक है बच्चों। चलो हुण आपां इत्थे पढ़दे हां डैश द आफ्टरनून। हुण आफ्टरनून की गल की जा रही है, ठीक है, तो मैं कहांगी इन आएगा। आ देखो पार्ट्स ऑफ डे, दिन के किसी हिस्से बारे गल की जा रही है तो इन दी वरतों हुंदी है। डैश जून, महीने की गल की जा रही है, उत्थे भी इन आएगा। जून की है, महीना हैगा ना। डैश द टेबल, इन द टेबल, टेबल के अंदर तो कोई चीज होएगी नहीं, एट भी नहीं होएगा, ऑन द टेबल, उसके ऊपर। अगला है डैश नून। नून का मतलब हुंदा है 12 बजे दोपहर ते। तो इत्थे टाइम की गल की जा रही है तो आ जाएगा एट। आ देखो टाइम दसिया जा रहा है ना, नून, एट। हुण इत्थे है डैश समर। समर की हो गया, सीजन हो गया, मौसम हो गया, उहदे लई आपां वरतदे हां इन। ते मैं इत्थे लिख दिंदी हां सीजनस लई भी आपां वरतदे हां, मौसम या रितां लई भी आपां इन दी वरतों करी दी है। तुसीं याद जरूर कर लियो। डैश द वीकेंड, इत्थे आपां एट भी वरत सकदे हां, ऑन भी वरत सकदे हां। वीकेंड मतलब हफ्ते दे अखीरी दिन, सैटरडे हो गया या फिर संडे हो गया। डैश संडे, आपां एक दिन की गल की है हफ्ते दे, तां हफ्ते दे दिन, आ देखो डेज दे लई ऑन। डैश द बॉक्स, इन द बॉक्स, डब्बे दे विच। डैश 2 PM, टाइम की गल की जा रही है, देखो टाइम लई आपां वरतदे हां एट 2 PM। डैश वैनसडे इवनिंग, हुण फिर तो वैनसडे की गल की जा रही है हफ्ते दे दिन की, डेज लई ऑन। डैश बेड टाइम, बेड टाइम मतलब सोण समय, टाइम की गल की जा रही है, जिवें लंच टाइम हो गया, आ गया ना टाइम बच्चों, तो इत्थे आ जाएगा एट।
डैश माई बर्थडे, मेरे जन्मदिन ते। जन्मदिन किसी तरीक या किसी दिन ता आएगा हफ्ते दे, तो आप इस्तेमाल करांगे ऑन, डेज या डेट्स ਲਈ, यानी कि दिना या फिर टाइम ਲਈ। ਇੱਥੇ आ जाएगा ऑन माई बर्थडे, मेरे जन्मदिन ते। ठीक है बच्चों। आगे है लिसन, स्पीक एंड इंजॉय। सुनो, बोलो ते आनंद लो। स्टेटमेंट्स, कुछ बयान दिते हुए ने। आई सी विद माई आईज, मैं अपनी अखां नाल वेखदा हां। आई स्मैल विद माई नोज, मैं अपने नक नाल बदबू या सुगंध महसूस करदा हां, सूंघदा हां। आई हीयर विद माई ईयर्स, मैं अपने कन्ना नाल सुनदा हां। आई फील विद माई स्किन, मैं अपनी चमड़ी नाल महसूस करदा हां, स्किन नाल। आई टेस्ट विद माई टंग, मैं अपनी जीभ नाल स्वाद लेंदा हां। अगे कहा गया रीडिंग प्रैक्टिस, पढ़न दा अभ्यास। माई टीचर, मेरे टीचर बारे गल की गई है, अध्यापक बारे। A teacher plays a vital role in everybody's life. एक अध्यापक हर एक दी जिंदगी विच एक महत्वपूर्ण भूमिका अदा करते ने। मिस्टर मनदीप इज माई टीचर, श्री मनदीप मेरे अध्यापक हैं। ही इज 40 years old, वो 40 साल दे ने। ही इज वेरी हार्ड वर्किंग, वो बहुत मेहनती ने। He teaches us English in an interesting way. ਉਹ ਸਾਨੂੰ ਦਿਲਚਸਪ ਤਰੀਕੇ ਨਾਲ ਅੰਗਰੇਜ਼ੀ ਸਿਖਾਉਂਦੇ ਨੇ। He is punctual and loving. ਉਹ ਸਮੇਂ ਦੇ ਪਾਬੰਦ ਨੇ ਅਤੇ ਸਾਨੂੰ ਪਿਆਰ ਵੀ ਬਹੁਤ ਕਰਦੇ ਨੇ ਤੇ ਪਿਆਰ ਕਰਨ ਵਾਲੇ ਨੇ। ਦੁਬਾਰਾ ਪੜ੍ਹ ਦਿੰਨੀ ਆ। A teacher plays a vital role in everybody's life. Mr. Mandeep is my teacher. He is 40 years old. He is very hardworking. He teaches us English in an interesting way. He is punctual and loving. आगे लिखिए है, read and learn these words and write in your notebook. इन्हां शब्दां नूं पढ़ो, सिखो ਅਤੇ अपनी ਕਾਪੀ ਵਿੱਚ ਲਿਖੋ। बच्चों के दी आवाज नहीं आती तदी इनू दूजे रंग विच रंगिया गया। हुण तुसी ध्यान दिओ, नी, नो दी आवाज आ रही है, नी। कनी नहीं कहीदा, नी कहीदा। मैं पढ़ के पहला दस दिंदी हां, फिर मतलब दसांगी। नाइफ, नो दी आवाज। नॉट, नो। नॉब, नो। कनॉट नहीं होएगा। नॉक, नो। निटिंग, नो। नाइट, नो दी आवाज। ठीक है बच्चों। इथे है नी, नी दा मतलब हुंदा है गोडा। नाइफ, चाकू, छुरी। नॉट, कट। नॉब, जिहड़ा दरवाजे दा लॉक नहीं हुंदा बच्चों, इंज करके जिन्हों घुमा के असी खोलते हैं उन्होंने नॉब कहीदा। तां आपां इहनूं दरवाजे दा हैंडल भी कह सकते हैं। अगला है नॉक। नॉक यानी कि दस्तक देना, खटखटाना। किसी भी कमरे च जाण तो पहला सानू ओनू खटखटाना चाहिदा है। निटिंग, बुनाई करना, किसी चीज नू सीना। तुहाडे माता जी भी करते होंगे। अगला है नाइट। ए नाइट रात नहीं हुंदी बच्चों। पुराने जमाने विच जिहड़े सिपाही हुंदे सी राजे दे, उन्हां नू नाइट कहंदे सी। ओहदे स्पैलिंग वख ने, KNIGHT, सोल्जर या सिपाही। ठीक है। अगे है राइटिंग डेस्क। सीखण दी कोशिश करांगे कुछ नवा। फॉर्मैट ऑफ राइटिंग अ नोटिस। एक नोटिस किवें लिखीदा है, ओदा की तरीका है। नोटिस हुंदा है बच्चों किसी नू कोई गल सूचित करनी। मान लो तुसी अपने स्कूल विच किसी नू सूचित करना चाहते हो भी तुहाडी कोई कॉपी गुम गई है, ते तुसी बच्चों नू दसना चाहते हो भी मेरी इस रंग की कॉपी गुम गई है, भी जे किसी नू मिले तां मैनू दे दो या मेरे टीचर नू दे दो, वो मैनू दे देंगे। ठीक है। तो इहदे लई भी एक बोर्ड लग्या हुंदा है जिथे तुसी नोटिस बना के लगा सकते हो। तो ओहदा की तरीका है लिखण दा? सब तो पहला लिखदे आ नेम ऑफ स्कूल ऑर्गेनाइजेशन। स्कूल या जिथे भी कोई काम हो रहा है, ऑर्गेनाइजेशन था, ओहदा नाम आ जाएगा। फिर तुसी लिखोगे नोटिस, सूचित किया जा रहा है, सूचना।
डेट लिख दोगे, तारीख इत्थे, हैडिंग या टाइटल, यानी कि जो भी तुसी गल कहनी है ओदा उत्ते टाइटल आएगा। जिवें मान लो तुसी बैग खोता अपना, तो तुसी इत्थे लिख दोगे लॉस्ट बैग, बैग खोता। फिर इत्थे अपने बैग दा रंग, किथे खोया सी, किनू मिलना है, तो उन्हें किने किथे जाके देना है, वो सारी गल्लां आपां लिखांगे। फिर सिग्नेचर, थोड़े नाम आ जाएगा इन ब्लॉक लेटर्स, यानी कि वड्डे अखरां विच। मान लो अमन है, AMAN, वड्डे अखरां विच, सिर्फ पहला अखर वड्डा नहीं, सारे दे सारे। समझ आ गया बच्चों नोटिस किवें लिखीदा है जद किसी नूं सूचना देनी होए। चलो हुण अंदर की लिखना वो बाद च देखांगे। इत्थे है वैल्यू आई लर्नड, जो मुल मैं सीखे ने, जो गल्लां मैं सीखियां ने। मॉरल वैल्यू यू विल अडॉप्ट आफ्टर रीडिंग दिस लेसन, केड़ा नैतिक मुल है जो तुसी इस पाठ नूं पढ़न तो बाद अपनाओगे। आई विल ऑलवेज help the needy and be kind to everyone। ਇਹਦੇ ਕਹਿਣ ਦਾ ਭਾਵ ਹੈ ਵੀ ਕੋਈ ਵੀ ਲੋੜਵੰਦ ਦਿਖਾਈ ਦੇ ਤਾਂ ਮੈਂ ਹਮੇਸ਼ਾ ਉਹਨਾਂ ਦੀ ਮਦਦ ਕਰਾਂਗਾ ਤੇ ਮੈਂ ਦੂਜਿਆਂ ਲਈ ਆਪਣਾ ਜੋ ਵਿਵਹਾਰ ਹੈ ਉਹ ਬਹੁਤ ਦਿਆਲੂ ਰੱਖਾਂਗਾ, ਬਹੁਤ ਨਿਰਮਲ ਰੱਖਾਂਗਾ। आगे है बच्चों एक्टिविटी टाइम। Learners will draw a picture according to the description given by the teacher। ते जेड़े इत्थे विद्यार्थी ने ओह जो भी टीचर थानू दसणगे उस हिसाब नाल तस्वीर बनाओगे। जिवें सब तो पहला ड्रॉ अ हट इन द मिडल। चलो जी इत्थे हट बना दिंदे आ। आ बनाती हट। फिर दसिया गया द हट हैज 2 विंडोज एंड 1 डोर। इस झोंपड़ी दे 2 खिड़कियां ने ते 1 दरवाजा है। आ रहा दरवाजा ते इत्थे आ गईयां 2 खिड़कियां। अगे द सन इज शाइनिंग ऑन द राइट टॉप। सज्जे पासे सूरज चमक रहा है। आ लो जी सूरज चमक रहा थे। फिर के है देयर आर सम बुशेस नियर द हट। झोपड़ी दे नेड़े कुछ झाड़ियां ने। आओ जी झाड़ियां बनातियां। आ लो इत्थे भी बना दिंदे आ थोड़ी जी। आ बनातियां झाड़ियां। उस तो बाद के है देयर आर सम स्टोन्स लाइंग ऑन द बॉटम लेफ्ट कॉर्नर। ते इत्थे झोपड़ी दे कोल कुछ पत्थर पए ने। इंज करदे आ इत्थों आ हटा दिंदे आ ते इत्थे लेफ्ट ते के है पत्थर पए ने। आ लो जी पत्थर बनाते। लेफ्ट ते के है ना बच्चों पत्थर। आ लो जी पत्थर आ गए। आगे 2 boys are playing with a ball in front of the hut। ਇਹਦੇ ਸਾਹਮਣੇ 2 ਮੁੰਡੇ ਬॉल ਨਾਲ ਖੇਡ ਰਹੇ ਨੇ। ਆ ਰਿਹਾ ਪਹਿਲਾ ਮੁੰਡਾ, ਆ ਰਿਹਾ ਦੂਜਾ ਮੁੰਡਾ ਤੇ ਆ ਰਹੀ ਉਹਨਾਂ ਦੀ बॉल। ठीक है बच्चों आगे चलते हैं। थिंक ओवर इट, इस बारे सोचो। गॉड क्रिएटेड द यूनिवर्स। पूरी दुनिया, पूरी कायनात रब ने बनाई है। आ देखो कितनी सोहनी दुनिया बनाई है। तां आपां कह सकते हैं भी परमात्मा ने पूरी दी पूरी दुनिया बना के चमत्कार करता है कि नहीं। सोचो तुसी सोचो। तब तक असी अपनी क्लास अगली क्लास मिलांगे। ते टेक केयर, बाय बाय।